बच्चे एज यू नो दैट कि ਆਪਾਂ ਚੈਪਟਰ ਪੂਰਾ ਕੰਪਲੀਟ ਹੋ ਗਿਆ ਬਟ ਉਹਦੇ ਵਿੱਚ ਥੋੜ੍ਹੇ ਬਹੁਤੇ ਪੁਆਇੰਟਸ ਰਹਿ ਗਏ ਸੀ ਕਿਉਂਕਿ ਆਪਾਂ ਪੁਰਾਣੀ ਬੁੱਕ ਤੋਂ ਕੀਤੇ ਹੀ ਯੂਨੀਮੈਕਸ ਦੀ ਬੁੱਕ 'ਚ ਨਹੀਂ ਹੈਗੇ ਸੀ। ਸੋ ਜੋ ਤੁਸੀਂ ਮੈਨੇਜਮੈਂਟ ਦੀ ਡੈਫੀਨੇਸ਼ਨ ਲਿਖਣੀ ਆ ਉਹ ਇੱਕ ਦੋ ਤੁਸੀਂ ਸੇਮ ਲਿਖ ਸਕਦੇ ਹੋ, ਨਾਲ ਤੁਸੀਂ ਮੈਨੇਜਮੈਂਟ ਦੇ ਨਾਲ ਇਹ ਲਿਖ ਸਕਦੇ ਹੋ ਕਿ ਮੈਨੇਜਮੈਂਟ ਕੀ ਆ, ਜੇ ਡੈਫੀਨੇਸ਼ਨ ਦੇ ਵਿੱਚ ਹੀ ਲਿਖਣਾ ਇਹ ਵੀ ਲਿਖ ਸਕਦੇ ਹੋ ਕਿ ਮੈਨੇਜਮੈਂਟ ਇਜ਼ ਏ ਪ੍ਰੋਸੈਸ ਆ, ਕਿ ਮੈਨੇਜਮੈਂਟ ਇੱਕ ਕੀ ਆ, ਪ੍ਰੋਸੈਸ ਆ। ਅਕੋਰਡਿੰਗ ਟੂ ਦ ਮਾਡਰਨ ਕੰਸੈਪਟ ਮੈਨੇਜਮੈਂਟ ਇੱਕ ਪ੍ਰੋਸੈਸ ਆ ਬੱਚੇ। ਕਿਉਂ? ਕਿਉਂਕਿ ਤੁਹਾਨੂੰ ਕੀ ਕਰਨੀ ਪੈਂਦੀ ਆ, ਮੈਨੇਜ ਕਰਨ ਲਈ ਤੁਹਾਨੂੰ ਪਹਿਲਾਂ ਪਲੈਨਿੰਗ ਕਰਨੀ ਪੈਂਦੀ, ਫਿਰ ਆਰਗੇਨਾਈਜ਼ਿੰਗ, ਫਿਰ ਸਟਾਫਿੰਗ, ਡਾਇਰੈਕਟਿੰਗ ਐਂਡ ਕੰਟਰੋਲਿੰਗ। ਸੋ ਇਹ ਸਾਰਾ ਕੁਝ ਤੁਹਾਨੂੰ ਵੀ ਪਤਾ, ਮੈਂ ਜਿੱਦਾਂ ਸਮਝਾਇਆ ਸੀ ਕਿ ਫੰਕਸ਼ਨਸ ਪਰਫਾਰਮ ਕਰਾਂਗੇ। ਇਹ ਨਹੀਂ ਹੈ ਕਿ ਤੁਸੀਂ ਪਹਿਲਾਂ ਪਲੈਨਿੰਗ ਕਰਦੀ ਤੇ ਫਿਰ ਡਾਇਰੈਕਟਿੰਗ ਕਰੋਗੇ ਤੇ ਫਿਰ ਆਰਗੇਨਾਈਜ਼ਿੰਗ। ਦੈਟ ਮੀਨਸ ਕਿ ਇੱਕ ਪ੍ਰੋਸੈਸ ਆ, ਤੁਹਾਨੂੰ ਇਹ ਸਾਰੇ ਪ੍ਰੋਸੈਸ ਇੱਕ ਤੋਂ ਬਾਅਦ ਦੂਜਾ ਕਰਨਾ ਪਏਗਾ, ਦੂਜੇ ਬਾਅਦ ਤੀਜਾ, ਚੌਥਾ, ਫਿਰ ਪੰਜਵਾਂ। ਠੀਕ ਹੈ, ਇਹ ਨਹੀਂ ਹੈ ਕਿ ਪੰਜਵੇਂ ਤੋਂ ਬਾਅਦ ਦੂਜਾ ਕਰ ਲਓਗੇ, ਇੱਦਾਂ ਨਹੀਂ। ਜਿੱਦਾਂ ਚਾਹ ਬਣਾਉਣ ਦਾ ਪ੍ਰੋਸੈਸ ਉੱਦਾਂ ਹੀ ਮੈਨੇਜਮੈਂਟ ਦਾ ਪ੍ਰੋਸੈਸ ਹੈ, ਕਿਉਂਕਿ ਮੈਨੇਜ ਕਰਨ ਲਈ ਘਰ ਦੇ ਵਿੱਚ ਵੀ ਜੇ ਆਪਾਂ ਕੋਈ ਚੀਜ਼ ਮੈਨੇਜ ਕਰਦੇ ਹਾਂ ਤਾਂ ਪਹਿਲਾਂ ਆਪਾਂ ਨੂੰ ਪਲੈਨਿੰਗ ਕਰਨੀ ਪੈਂਦੀ ਆ, ਫਿਰ ਆਰਗੇਨਾਈਜ਼ਿੰਗ, ਫਿਰ ਸਟਾਫਿੰਗ, ਡਾਇਰੈਕਟਿੰਗ ਐਂਡ ਕੰਟਰੋਲਿੰਗ। ਨੀਡ ਫॉर ਇਫੈਕਟਿਵ ਪਰਫਾਰਮੈਂਸ ਕਹਿੰਦੇ ਆ ਕਿ ਮੈਨੇਜਮੈਂਟ ਬੀਇੰਗ ਇਫੈਕਟਿਵ ਮੀਨਸ ਦੈਟ ਦ ਆਬਜੈਕਟਿਵ ਆਫ ਦ ਸ਼ੁੱਡ ਬੀ ਅਚੀਵਡ ਇਨ ਟਾਈਮ। ਠੀਕ ਹੈ, ਇਫੈਕਟਿਵ ਦਾ ਮਤਲਬ ਇਹ ਆ ਕਿ ਤੁਹਾਡੇ ਜਿਹੜੇ ਜੇ ਤੁਸੀਂ ਸੋਚਿਆ ਕਿ ਪ੍ਰੋਫਿਟ ਕਮਾਉਣਾ ਤੇ ਪ੍ਰੋਫਿਟ ਕਮਾਉਣਾ ਕਿੱਦਾਂ, ਔਨ ਟਾਈਮ। ਠੀਕ ਹੈ, ਫॉर एग्जांपल ਇਫ ਅ ਫਰਮ ਅਚੀਵਸ ਇਟਸ ਪ੍ਰੋਡਕਸ਼ਨ ਟਾਰਗੇਟ ਇਨ ਸਪੈਸੀਫਾਈਡ ਟਾਈਮ ਦੈਨ ਦੈਟ ਫਰਮ ਵਿਲ ਬੀ ਕਾਲਡ ਇਫੈਕਟਿਵ। ਤੇ ਕਹਿੰਦੇ ਉਹਨੇ ਐਗਜ਼ਾਮਪਲ ਇਹ ਦਿੱਤੀ ਹੈ ਕਿ ਜੇ ਤੁਸੀਂ ਕੰਪਨੀ ਨੂੰ ਜੇ ਕੋਈ ਟਾਰਗੇਟ ਦਿੱਤਾ ਸੀ ਕਿ ਤੁਸੀਂ ਮੈਨੂੰ 10 ਦਿਨਾਂ ਦੇ ਵਿੱਚ ਸ਼ੂਜ਼ ਬਣਾ ਕੇ ਦੇਣੇ ਤੇ ਕੰਪਨੀ ਨੇ 10 ਦਿਨਾਂ ਦੇ ਵਿੱਚ ਬਣਾ ਕੇ ਦੇ ਦਿੱਤੇ, ਦੈਟ ਮੀਨਸ ਕੰਪਨੀ ਕੀ ਆ, ਇਫੈਕਟਿਵ ਆ। ਨੀਡ ਫॉर ਐਫੀਸ਼ੀਐਂਸੀ ਬੱਚੇ, ਐਫੀਸ਼ੀਐਂਸੀ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ, ਐਫੀਸ਼ੀਐਂਸੀ ਦਾ ਮਤਲਬ ਹੁੰਦਾ ਵਾ ਕਿ ਕੰਮ ਤੇ ਕਰਨਾ ਹੀ ਕਰਨਾ ਵਾ on time but with the minimum cost। ठीक है, in order to achieve efficiency management lays emphasis on efficient use of resources because this reduces the cost and raises the profit। and ਤੁਹਾਨੂੰ ਵੀ ਪਤਾ ਵਾ ਕਿ ਜਦੋਂ cost ਘਟ ਜੂਗੀ ਤੇ profits automatically ਹੀ increase ਹੋਣਗੇ। ਜਿਹੜਾ ਪ੍ਰੋਡਕਟ ਤੁਹਾਨੂੰ 100 ਰੁਪਏ ਦਾ ਪਹਿਲਾਂ ਪੈਣ ਦਿਆ ਸੀ, ਤੁਸੀਂ ਉਹਨੂੰ cost ਉਹਦੀ 100 ਦੀ ਤੇ ਜੇ ਹੁਣ 90 ਦੀ ਪੈਣ ਦੀ, ਦੈਟ ਮੀਨਸ ਕਿ ਪਹਿਲਾਂ ਤੁਸੀਂ 120 ਦਾ ਵੇਚਦੇ ਤੇ 100 ਰੁਪਏ ਦੀ ਕੋਸਟ ਸੀ ਤੇ ਤੁਹਾਨੂੰ ਪ੍ਰੋਫਿਟ ਕਿੰਨਾ ਹੁੰਦਾ, 20 ਦਾ। ਬਟ ਜੇ ਹੁਣ ਕੋਸਟ 90 ਪੈਣ ਦੀ ਆ ਤਾਂ ਵੇਚਣ ਕਿੰਨੇ ਦਾ, 120 ਦਾ, ਦੈਟ ਮੀਨਸ 30 ਰੁਪਏ ਦਾ ਤੁਹਾਨੂੰ ਪ੍ਰੋਫਿਟ ਹੁੰਦੇ ਆ। ਠੀਕ ਹੈ, achievement of organizational objectives modern concept of management gives huge importance to achievement of organizational objectives। ਬੱਚੇ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਆਪਾਂ ਹਰ ਇੱਕ ਚੀਜ਼ ਨੂੰ ਜੇ ਆਪਾਂ ਮੈਨੇਜ ਕਰਦੇ ਹੋ, ਮੈਨੇਜ ਕਰਨਾ ਸਿੱਖ ਲਿਆ ਕਿ ਤੁਸੀਂ ਉਹ ਬੋਰਡ ਦੇ ਵਿੱਚ ਮੈਰਿਟ ਦੇ ਵਿੱਚ ਆਉਣਾ, ਤੁਸੀਂ ਹਰ ਇੱਕ ਚੀਜ਼ ਨੂੰ ਮੈਨੇਜ ਕਰ ਰਹੇ ਜੋ ਤਾਂ ਤੁਸੀਂ ਆਪਣਾ ਗੋਲ ਕੀ ਕਰ ਸਕਦੇ ਜੋ ਅਚੀਵ ਕਰ ਸਕਦੇ, ਆਪਣੇ ਆਬਜੈਕਟਿਵਸ ਅਚੀਵ ਕਰ ਸਕਦੇ। ਤੁਹਾਡਾ ਆਬਜੈਕਟਿਵ ਕੀ ਹੈ, ਤੁਸੀਂ ਮੈਰਿਟ ਲਿਸਟ 'ਚ ਆਉਣਾ। ਤੇ ਜੇ ਤੁਸੀਂ ਹਰ ਇੱਕ ਚੀਜ਼ ਨੂੰ ਮੈਨੇਜ ਕਰਨਾ ਸ਼ੁਰੂ ਕਰਤਾ, ਦੈਟ ਮੀਨਸ ਕਿ ਤੁਸੀਂ ਉਹ ਗੋਲ ਕੀ ਕਰ ਸਕਦੇ ਹੋ, ਅਚੀਵ ਕਰ ਸਕਦੇ ਹੋ। ਬੱਚੇ ਇਹ ਵੀ ਤੁਸੀਂ ਮੈਨੇਜਮੈਂਟ ਦੀ ਡੈਫੀਨੇਸ਼ਨ ਦੇ ਵਿੱਚ ਲਿਖ ਸਕਦੇ ਹੋ ਕਿ ਮੈਨੇਜਮੈਂਟ ਕੀ ਆ, ਇੱਕ ਪ੍ਰੋਸੈਸ ਆ, ਮੈਨੇਜਮੈਂਟ ਇੱਕ ਐਫੀਸ਼ੀਐਂਸੀ ਆ, ਮੈਨੇਜਮੈਂਟ ਇੱਕ ਇਫੈਕਟਿਵਨੈਸ ਆ ਤੇ ਔਰ ਅਚੀਵਮੈਂਟ ਆਫ ऑब्जेक्टिव्स आ। ठीक है, सम अदर कंसैप्ट ऑफ मैनेजमेंट बच्चे इन्हां 1 मार्क्स ਦੇ ਵਿੱਚ ਆ ਜਾਂਦਾ ਹੁੰਦਾ ਹੈ कि what do you mean by management as an activity ਜਾਂ what do you mean by the management as a noun ਜਾਂ what do you mean by the management as a group ਜਾਂ management as a discipline ਜਾਂ management as a process। ठीक है, first of all, management is an activity according to the viewpoint management is also an activity like several other human activities such as reading, writing, playing, cooking, shopping, etc. As an activity, management helps to achieve specific objectives of the organization by utilizing physical and human resources। ਬੱਚੇ ਇੱਥੇ ਵਿੱਚ ਉਹ ਕੀ ਕਹਿ ਰਿਹਾ ਕਿ ਮੈਨੇਜਮੈਂਟ ਵੀ ਇੱਕ ਐਕਟੀਵਿਟੀ ਦੀ ਤਰ੍ਹਾਂ ਵਾ। ਜਿੱਦਾਂ ਤੁਸੀਂ ਕੋਈ ਚੀਜ਼ ਕੁੱਕ ਕਰ ਰਹੇ ਜੋ, ਦੈਟ ਮੀਨਸ ਕਿ ਤੁਸੀਂ ਕੁਕਿੰਗ ਦੇ ਵਿੱਚ ਵੀ ਕੀ ਯੂਜ਼ ਕਰ ਰਹੇ ਹੋ, ਮੈਨੇਜਮੈਂਟ ਯੂਜ਼ ਕਰ ਰਹੇ। ਜੇ ਤੁਸੀਂ ਪੜ੍ਹਨ ਦੇ ਜੋ ਉਹਦੇ ਵਿੱਚ ਵੀ ਤੁਸੀਂ ਕੀ ਕਰ ਰਹੇ ਜੋ, ਮੈਨੇਜਮੈਂਟ ਯੂਜ਼ ਕਰ ਰਹੇ। ਅਤੇ ਜੋ ਜਿੱਦਾਂ ਹੀ ਇੱਕ ਐਕਟੀਵਿਟੀ ਦੇ ਵਿੱਚ ਤੁਸੀਂ ਹਰ ਇੱਕ ਐਕਟੀਵਿਟੀ ਦੇ ਵਿੱਚ ਕੀ ਆ, ਮੈਨੇਜਮੈਂਟ ਯੂਜ਼ ਕਰਦੇ ਹੋ। ਜੇ ਤੁਸੀਂ ਕੁਕਿੰਗ ਕਰ ਰਹੇ ਹੋ ਤਾਂ ਉਹਦੇ ਵਿੱਚ ਵੀ ਤੁਸੀਂ ਮੈਨੇਜਮੈਂਟ ਕਰਦੇ ਜੋ ਕਿ ਤੁਸੀਂ ਪਹਿਲਾਂ ਆਹ ਕੰਮ ਕਰਨਾ, ਫਿਰ ਆਹ ਕੰਮ ਕਰਨਾ, ਫਿਰ ਆਹ ਕੰਮ ਕਰਨਾ। ਠੀਕ ਹੈ, ਜਾਂ ਤੁਸੀਂ ਪਹਿਲਾਂ ਤੜਕਾ ਲਾਉਣਾ ਹੈ ਜਾਂ ਪਹਿਲਾਂ ਤੜਕਾ ਲਾਉਣਾ ਹੈ ਜਾਂ ਤੁਸੀਂ ਪਹਿਲਾਂ ਜਿੱਦਾਂ ਜੇ ਤੁਸੀਂ ਕੋਈ ਵੀ ਸਬਜ਼ੀ ਬਣਾ ਰਹੇ ਜਦੋਂ ਤੁਸੀਂ ਉਹਦੇ ਵਿੱਚ ਮੈਨੇਜਮੈਂਟ ਕਰਦੇ ਹੋ ਤਾਂ ਕਿਹੜੀ ਚੀਜ਼ ਪਹਿਲਾਂ ਕਰੋਗੇ, ਕਿਹੜੀ ਚੀਜ਼ ਬਾਅਦ 'ਚੋਂ ਕਰੋਗੇ। ਠੀਕ ਹੈ, ਨੈਕਸਟ ਵਨ ਇਜ਼ ਦੈਟ ਕਿ ਮੈਨੇਜੀਰੀਅਲ ਐਕਟੀਵਿਟੀਜ਼ ਦੇ ਵਿੱਚ ਬੱਚੇ ਆਪਾਂ ਹੁਣੇ ਜੋ ਵੀ ਇਨਫੋਰਮੇਸ਼ਨ ਮੈਨੇਜੀਰੀਅਲ ਐਕਟੀਵਿਟੀਜ਼ ਦੇ ਵਿੱਚ ਤੁਸੀਂ ਇਹਦੇ ਵਿੱਚ ਦੇਖੋ ਵੇਰੀਅਸ ਮੈਨੇਜੀਰੀਅਲ ਕੈਨ ਬੀ ਕਲਾਸੀਫਾਈਡ ਇਨਟੂ 3 ਕੈਟੇਗਰੀਜ਼। ਬੱਚੇ ਜੋ ਆਪਾਂ ਹੁਣੇ ਪੜ੍ਹ ਚੁੱਕੇ ਹਾਂ ਨਾ, ਤਿੰਨੇ ਐਕਟੀਵਿਟੀਜ਼ ਐਟ ਦਾ ਐਂਡ ਪੜ੍ਹੀਆਂ ਸੀ। ਰੋਲ ਆਫ ਏ ਮੈਨੇਜਰ ਉਹੀ ਆਉਣੀਆਂ, ਇੰਟਰਪਰਸਨਲ ਐਕਟੀਵਿਟੀਜ਼, ਇਨਫੋਰਮੇਟਿਵ ਐਕਟੀਵਿਟੀਜ਼ ਤੇ ਡਿਸੀਜਨ ਮੇਕਿੰਗ ਐਕਟੀਵਿਟੀਜ਼। ਠੀਕ ਹੈ, ਸੋ ਇਹਦੇ ਵਿੱਚ ਮੈਨੇਜਮੈਂਟ ਐਜ਼ ਐਨ ਐਕਟੀਵਿਟੀ ਦੇ ਅੰਡਰ ਤੁਸੀਂ ਜੇ ਤੁਹਾਨੂੰ 1 ਮਾਰਕਸ ਦੇ ਵਿੱਚ ਆਉਂਦਾ, ਤੁਸੀਂ ਅਗੇਨ ਕਲਾਸੀਫਾਈ ਕਰੋਗੇ ਇੰਟਰਪਰਸਨਲ ਐਕਟੀਵਿਟੀਜ਼, ਇਨਫੋਰਮੇਟਿਵ ਐਕਟੀਵਿਟੀਜ਼ ਤੇ ਡਿਸੀਜਨਲ ਐਕਟੀਵਿਟੀਜ਼। ਐਂਡ ਉਹ ਸਾਰੀਆਂ ਤੁਸੀਂ ਜੋ ਹੁਣੇ ਮੈਂ ਤੁਹਾਨੂੰ ਪਹਿਲੇ ਟੌਪਿਕ ਦੇ ਵਿੱਚ ਸਮਝਾਇਆ ਨਾ ਜਿਹੜੇ ਰੋਲ ਆਫ ਮੈਨੇਜਰ ਦੇ, ਉਹੀ ਸਾਰੀਆਂ ਆਉਣਗੀਆਂ। ਠੀਕ ਹੈ, ਸੋ ਇਹਨੂੰ ਦੁਬਾਰਾ ਕਰਨ ਦੀ ਕੋਈ ਲੋੜ ਨਹੀਂ ਹੈਗੀ। ਠੀਕ ਹੈ ਜੀ, second one is the कि management as a noun। management noun कितना है, as a noun management refers to all those persons who get
tasks done through others for the achievement of specific objectives. Hence, under this viewpoint, management includes board of directors, managing director, general manager, functional manager, foreman, सारे. It means that every person who performs the function of at any level is part of management. कहता कि management एक noun है, तो noun ਦੇ ਵਿੱਚ ਆਪਾਂ ਕਿਹੜੀਆਂ ਚੀਜ਼ਾਂ ਨੂੰ ਲਿਖਦੇ ਹਾਂ, name of persons, ਠੀਕ ਹੈ, ਜਾਂ ਕਿਸੇ thing ਦਾ name. ਸੋ ਕਹਿੰਦਾ ਇਹਦੇ ਵਿੱਚ ਉਹਨੇ ਕਿਹੜੀ ਚੀਜ਼ ਨੂੰ ਹਾਈਲਾਈਟ ਕੀਤਾ, persons ਨੂੰ, ਤੇ ਕਹਿੰਦੇ ਆ ਕਿ ਸਾਰੇ ਜਿਹੜੇ persons ਆ ਉਹ ਜਿਹੜੀ ਇੱਕ ਆਫਿਸ ਦੇ ਵਿੱਚ ਲੋਕੀ ਆ ਉਹ ਕੀ ਕਰ ਰਹੇ ਨੇ, ਮੈਨੇਜ ਕਰ ਰਹੇ ਨੇ. ਦੈਟ ਮੀਨਸ ਕਿ ਭਾਵੇਂ ਬੋਰਡ ਆਫ ਡਾਇਰੈਕਟਰਸ, ਭਾਵੇਂ ਵਰਕਰਸ ਆ, ਭਾਵੇਂ ਕੌਣ ਆ, ਭਾਵੇਂ ਮੈਨੇਜਰ ਆ, ਭਾਵੇਂ ਕੋਈ ਵੀ ਆ, ਉਹ ਸਾਰੇ ਕੀ ਕਰ ਰਹੇ ਨੇ, ਡਿਪਟੀ ਮੈਨੇਜਰ ਆ ਜਾਂ ਫੰਕਸ਼ਨਲ ਮੈਨੇਜਰ, ਸਾਰੇ ਕੀ ਕਰ ਰਹੇ ਨੇ, ਮੈਨੇਜ ਕਰ ਰਹੇ ਨੇ. ਦੈਟ ਮੀਨਸ ਕਿ ਮੈਨੇਜਮੈਂਟ ਵੀ ਇੱਕ ਨਾਊਨ ਆ ਨਾ, ਇਹਦੇ ਵਿੱਚ ਨਾਊਨ ਦਾ ਮਤਲਬ ਹੈ ਕਿ ਪਰਸਨਸ ਦੇ ਨਾਲ ਰਿਲੇਟ ਕਰਦਾ. ਤੇ ਜਿਹੜੇ ਮੈਨੇਜਮੈਂਟ ਦੇ ਵਿੱਚ ਆਫਿਸ ਦੇ ਵਿੱਚ ਪਰਸਨਸ ਹੋਣਗੇ ਉਹ ਸਾਰੇ ਕੀ ਕਰਦੇ ਨੇ, ਮੈਨੇਜ ਕਰ ਰਹੇ ਨੇ. ਠੀਕ ਹੈ. ਮੈਨੇਜਮੈਂਟ ਐਜ਼ ਏ ਗਰੁੱਪ, ਬੱਚੇ ਮੈਨੇਜਮੈਂਟ ਤੁਹਾਨੂੰ ਵੀ ਪਤਾ ਹੈ ਕਿ ਗਰੁੱਪ ਆ ਕਿੱਦਾਂ. ਐਜ਼ ਏ ਗਰੁੱਪ management refers to the group of all such persons who are involved in managerial activities. This group of managers runs the organization. The group of managers include chief executive officers, deputy managers, the departmental supervisors. As a group manager have three main categories. के कहना मैनेजमेंट एक ग्रुप की तरह डील करता है. क्यों? क्योंकि जो ग्रुप दे विच नहीं काम करांगे तो आपां कदी भी अपने गोल्स नूं अचीव नहीं कर सकते. ठीक है. देखो मैनेजमेंट ਦੇ ਵਿੱਚ ਕਿਹੜੇ ਕਿਹੜੇ ਗਰੁੱਪ ਹੈ, ਇੱਕ ਫੈਮਿਲੀ ਮੈਨੇਜਰ, ਇੱਕ ਪ੍ਰੋਫੈਸ਼ਨਲ ਮੈਨੇਜਰ ਤੇ ਇੱਕ ਸਿਵਲ ਮੈਨੇਜਰ. ਠੀਕ ਹੈ. ਦਿਸ ਕੈਟੇਗਰੀ ਇਨਕਲੂਡਸ ਦੋਜ਼ ਹੂ ਆਰ ਅਪਾਇੰਟਡ ਐਜ਼ ਮੈਨੇਜਰ ਡਿਊ ਟੂ देयर ਫੈਮਿਲੀ ਬੈਕਗਰਾਉਂਡ. ਕਹਿੰਦੇ ਆ ਕਿ ਉਹੀ ਗੱਲ ਹੋ ਗਈ ਕਿ ਇਹ ਉਹ ਵਾਲੇ ਮੈਨੇਜਰ ਹੁੰਦੇ ਆ ਜਿਹੜੇ ਕਿ ਉਹਨਾਂ ਦੀ ਬੈਕਗਰਾਉਂਡ ਹੀ ਕੀ ਹੁੰਦੀ ਆ, ਮੈਨੇਜਰਸ ਦੀ ਹੁੰਦੀ ਆ. ਠੀਕ ਆ. ਹੂ ਆਰ ਅਪਾਇੰਟਡ ਐਜ਼ ਮੈਨੇਜਰ ਡਿਊ ਟੂ ਦ ਫੈਮਿਲੀ ਬੈਕਗਰਾਉਂਡ. ਫੋਰ ਐਗਜ਼ਾਮਪਲ ਕਿ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਦਾ ਹੈਡ ਆ, ਠੀਕ ਹੈ, ਉਹਦੀ ਆਪਣੀ ਫੈਮਿਲੀ ਦੇ ਵਿੱਚੋਂ ਹੀ ਉਹਨੇ ਕਿਸੇ ਨੂੰ ਬਣਾਉਣਾ ਤੇ ਉਹਨੂੰ ਆਪਾਂ ਕੀ ਕਹਿ ਦਾਂਗੇ, ਉਹਨੂੰ ਮੈਨੇਜਰ ਬਣਾਉਣਾ ਆਪਣੀ ਫੈਮਿਲੀ ਦੇ ਵਿੱਚੋਂ ਕਿਸੇ ਨੂੰ, ਫੈਮਿਲੀ ਮੈਨੇਜਰਸ. ਪ੍ਰੋਫੈਸ਼ਨਲ ਮੈਨੇਜਰਸ ਹੁੰਦੇ ਆ ਕਿ ਜਿਹੜੇ ਕਿੱਥੋਂ ਆਉਂਦੇ ਆ, ਜਿਨ੍ਹਾਂ ਕੋਲ ਆਪਣੀਆਂ ਕੁਆਲਿਟੀਜ਼ ਹੁੰਦੀਆਂ ਵਾ, ਸਕਿੱਲਸ ਹੁੰਦੀਆਂ, ਜਿਨ੍ਹਾਂ ਨੂੰ ਆਪਾਂ ਹਾਇਰ ਕਰਦੇ ਹਾਂ. ਠੀਕ ਹੈ. ਸਿਵਲ ਸਰਵੈਂਟਸ ਹੁੰਦੇ ਆ. ਦਿਸ ਕੈਟੇਗਰੀ ਇਨਕਲੂਡਸ ਗਵਰਨਮੈਂਟ ਆਫਿਸਰਸ who run the administration as manager. These officers run the administration of public enterprises. ਕਹਿੰਦੇ ਆ ਕਿ ਗਵਰਨਮੈਂਟ ਆਫਿਸਰਸ ਹੁੰਦੇ ਆ, ਸਿਵਲ ਸਰਵੈਂਟਸ. ਤੁਹਾਨੂੰ ਪਤਾ ਸਿਵਲ ਕੌਣ ਹੁੰਦਾ, ਜਿਹੜਾ ਗਵਰਨਮੈਂਟ ਦੇ ਨਾਲ ਰਿਲੇਟ ਕਰਦਾ. ਤੇ ਐਜ਼ ਮੈਨੇਜਰ these officers run the administration of public enterprise. ਤੇ ਕਹਿੰਦੇ ਆ ਕਿ ਇਹ ਉਹ ਵਾਲੇ ਲੋਕ ਹੁੰਦੇ ਨੇ ਕਿ ਜਿਹੜੇ ਪਬਲਿਕ ਦਾ ਮਤਲਬ ਹੁੰਦਾ ਕਿ ਸਰਕਾਰੀ ਆਫਿਸ ਨੂੰ ਸਾਂਭਦੇ. ਸਰਕਾਰੀ ਬੈਂਕਾਂ ਦੇ ਵਿੱਚ ਜਿਹੜੇ ਮੈਨੇਜਰ ਹੁੰਦੇ ਉਹਨਾਂ ਆਪਾਂ ਕੀ ਕਹਿੰਦੇ ਨੇ, ਸਿਵਲ ਸਰਵੈਂਟਸ. ਠੀਕ ਹੈ. ਤੇ ਪ੍ਰੋਫੈਸ਼ਨਲ ਮੈਨੇਜਰ ਉਹ ਵਾਲੇ ਮੈਨੇਜਰ ਹੁੰਦੇ ਆ ਕਿ ਜਿਨ੍ਹਾਂ ਕੋਲ ਕੁਆਲਿਟੀਜ਼ ਹੁੰਦੀਆਂ ਵਾ, ਜਿਹੜੇ ਕਿ ਇੱਕ ਭਾਵੇਂ ਜਿੱਥੋਂ ਮਰਜ਼ੀ ਹੋਣ, ਉਹਨਾਂ ਦਾ ਕੋਈ ਬੈਕਗਰਾਊਂਡ ਨਹੀਂ ਹੈਗਾ, ਕੋਈ ਫੈਮਿਲੀ 'ਚੋਂ ਰਿਲੇਟ ਨਹੀਂ ਕਰਦੇ, ਬਟ ਉਹਨਾਂ ਕੋਲ ਕੁਆਲਿਟੀਜ਼ ਹੈਗੀਆਂ ਤਾਂ ਕਰਕੇ ਉਹਨੂੰ ਕੰਪਨੀ ਨੇ ਹਾਇਰ ਕੀਤਾ. ਬਟ ਫੈਮਿਲੀ ਮੈਨੇਜਰਸ ਹੁੰਦੇ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਿੱਦਾਂ ਇੱਕ ਸਕੂਲ ਦੇ ਵਿੱਚ ਪ੍ਰਿੰਸੀਪਲ ਨੇ ਆਪਣਾ ਬੇਟਾ ਬੇਟੀ, ਆਪਣੀ ਨੌਂ ਪੁੱਤ ਸਾਰੇ ਲਵਾਏ ਆ, ਤਾਂ ਉਹਨੂੰ ਆਪਾਂ ਕੀ ਕਹਿ ਦਾਂਗੇ, ਫੈਮਿਲੀ ਮੈਨੇਜਰਸ. ਠੀਕ ਹੈ. मैनेजर एज ए डिसिप्लिन. मैनेजमेंट एज ए डिसिप्लिन का मतलब अकॉर्डिंग टू दिस व्यू पॉइंट मैनेजमेंट इज अ सब्जेक्ट एज इकनॉमिक्स, हिस्ट्री, पोलिटिकल साइंस, फिजिक्स, मैथ्स दे विच आर द सब्जेक्ट्स ऑफ स्टडी. लाइकवाइज मैनेजमेंट इज आल्सो ए सब्जेक्ट हैविंग ए स्पैसिफिक सिस्टमैटिक फॉर्म. बच्चे ऑटोमैटिकली कहते हैं कि मैनेजमेंट की एक डिसिप्लिन है. डिसिप्लिन का मतलब की होंदा है कि बच्चे मैनेजमेंट भी एक सब्जेक्ट है. ठीक है. कि जिद्दां हिस्ट्री, पोलिटिकल साइंस, इकनॉमिक्स है तो मैनेजमेंट तुसीं पढ़ रहे जो ना, दैट मीनस मैनेजमेंट भी की है, एक सब्जेक्ट है. ठीक है जी. इनफैक्ट मैनेजमेंट is a multidisciplinary subject because its principles are a blend of the principles of important subjects such as economics, sociology and psychology etc. कहता है कि मैनेजमेंट जो आप पढ़ रहे हैं एक सब्जेक्ट है. दैट मीनस कि जे वो मल्टीडिसिप्लिनरी का मतलब होंदा वा कि मैनेजमेंट के अंडर आप ਵੱਖ-ਵੱਖ सब्जेक्ट्स कि ਵੱਖ-ਵੱਖ सब्जेक्ट चो मैनेजमेंट यूज़ करते. फॉर एग्जाम्पल इकनॉमिक्स के मैनेजमेंट यूज़ करते, सोशियोलॉजी के, साइकोलॉजी के. ठीक है. कि ਵੱਖ-ਵੱਖ ਸਬਜੈਕਟਸ ਦੇ ਵਿੱਚ ਆਪਾਂ ਮੈਨੇਜਮੈਂਟ ਯੂਜ਼ ਕਰਦੇ. ਸੋ ਮੈਨੇਜਮੈਂਟ ਵੀ ਵੱਖ-ਵੱਖ ਵੇ 'ਚ ਯੂਜ਼ ਹੁੰਦੀ ਹੈ. ਮੈਨੇਜਮੈਂਟ ਐਜ਼ ਏ ਪ੍ਰੋਸੈਸ, ਬੱਚੇ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਮੈਨੇਜਮੈਂਟ ਇੱਕ ਪ੍ਰੋਸੈਸ ਆ ਜਿਹਦੇ ਵਿੱਚ ਕਿ ਆਪਾਂ ਮੈਨੇਜਰ ਪਰਫੋਰਮ ਕਰਦਾ ਵਾ, ਪ੍ਰੋਸੈਸ ਪਰਫੋਰਮ ਕਰਦਾ, ਜਿਹਦੇ ਵਿੱਚ ਉਹ ਕੀ ਕਰਦਾ, ਪਲੈਨਿੰਗ ਕਰਦਾ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਸ਼ਨ ਐਂਡ ਕੰਟਰੋਲਿੰਗ. ਠੀਕ ਹੈ ਜੀ ਬੱਚੇ, ਕਿ ਬਿਨਾਂ ਪ੍ਰੋਸੈਸ ਤੋਂ ਆਪਾਂ ਕਦੀ ਵੀ ਇੱਕ ਬੈਟਰ ਮੈਨੇਜਰ ਨਹੀਂ ਬਣ ਸਕਦੇ, ਬੈਟਰ ਮੈਨੇਜਮੈਂਟ ਨਹੀਂ ਹੋ ਸਕਦੀ. ਸੋ ਬੱਚੇ ਜੇ ਤੁਹਾਨੂੰ ਆ ਜਾਂਦਾ ਹੈ ਕਿ ਇਹ 1 ਮਾਰਕਸ ਦੇ ਵਿੱਚ ਕਿਸੇ ਟਾਈਮ ਆ ਜਾਂਦਾ ਕਿ ਐਕਸਪਲੇਨ ਮੈਨੇਜਮੈਂਟ ਐਜ਼ ਏ ਗਰੁੱਪ ਜਾਂ ਮੈਨੇਜਮੈਂਟ ਐਜ਼ ਏ ਨਾਊਨ, ਸੋ ਇਹ ਤੁਹਾਨੂੰ ਇੱਕ ਮਾਰਕਸ ਦੇ ਵਿੱਚ ਕਰਨੇ ਪੈਣਗੇ. ਠੀਕ ਹੈ ਜੀ. ਬਾਕੀ ਬੱਚੇ ਆਪਾਂ ਕੱਲ ਕਰਾਂਗੇ ਤੇ ਐਂਡ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਇਫੈਕਟਿਵਨੈਸ ਐਂਡ ਐਫੀਸ਼ੀਐਂਸੀ ਦਾ ਡਿਫਰੈਂਸ ਤੇ ਫਿਰ ਆਬਜੈਕਟਿਵਸ ਕਰਕੇ ਚੈਪਟਰ ਨੂੰ ਕੰਪਲੀਟ ਕਰਾਂਗੇ. ਦੈਟਸ ਆਲ ਫॉर ਟੂਡੇ ਸਟੂਡੈਂਟਸ.